ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ ਹਾਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਹਵਾਈ ਅੱਡਿਆਂ ਅਤੇ ਉਡਾਣਾਂ ਵਿੱਚ ਕੋਵਿਡ ਨਿਯਮਾਂ ਤੇ ਦਿੱਲੀ ਹਾਈ ਕੋਰਟ ਹੋਈ ਸਖਤ। ਅਮਰੀਕਾ ਦੇ ਟੂਰਿਸਟ ਵੀਜ਼ਾ ਲਈ ਇੰਟਰਵਿਊ ਦਾ ਸਿਲਸਿਲਾ ਸਤੰਬਰ ਤੋਂ ਸ਼ੁਰੂ। ਅਮਰੀਕਾ 5 ਦਿਨਾਂ ਵਿੱਚ 2800 ਤੋਂ ਜ਼ਿਆਦਾ ਉਡਾਣਾਂ ਰੱਦ। ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ 16 ਕਿੱਤਿਆਂ ਦਾ ਵਾਧਾ। ਵਰਕ ਪਰਮਿਟ ਤੇ ਸਪਾਊਸ ਵੀਜ਼ਿਆਂ ਨੂੰ ਲੈ ਕੇ ਕੈਨੇਡਾ ਦੀ ਸੰਸਦ ਵਿੱਚ ਫਿਰ ਉੱਠੀ ਆਵਾਜ਼। ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ ਰੋਕਾਂ ਦੀ ਮਿਆਦ 30 ਜੂਨ ਤੱਕ ਵਧਾਈ। ਆਵਾਜਾਈ ਬੰਦਸ਼ਾਂ ਵਧਾਉਣ ਦਾ ਫੈਸਲਾ ਬਿਲਕੁਲ ਦਰੁਸਤ, ਟਰੂਡੋ। ਕੈਨੇਡਾ ਵੱਲੋਂ 3 ਲੱਖ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਟੀਚਾ। ਦਿੱਲੀ 에ਅਰਪੋਰਟ ਨੇ ਸ਼ੁਰੂ ਕੀਤੀ RFID ਟੈਗ ਸੁਵਿਧਾ, ਸਮਾਨ ਦੀ ਨਿਗਰਾਨੀ ਕਰਨਾ ਹੋਵੇਗਾ ਆਸਾਨ। ਪੰਜਾਬ ਰੋਡਵੇਜ਼ ਨੂੰ ਦਿੱਲੀ 에ਅਰਪੋਰਟ ਤੱਕ ਵੋਲਵੋ ਚਲਾਉਣ ਦੀ ਮਨਜ਼ੂਰੀ। ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀਆਂ ਨੂੰ ਮਿਲੇਗਾ ਲਾਭ। ਸਪਾਈਸ ਜੈਟ ਦਾ ਹੱਜ ਯਾਤਰੀਆਂ ਨੂੰ ਤੋਹਫਾ। ਭਾਰਤ ਸਾਊਦੀ ਅਰਬ ਵਿਚਾਲੇ ਹੋਣਗੀਆਂ 37 ਵਿਸ਼ੇਸ਼ ਉਡਾਣਾਂ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੋਰੋਨਾ ਦੇ ਖਤਰੇ ਨੂੰ ਘੱਟ ਕਰਨ ਦੇ ਮਕਸਦ ਨਾਲ ਦਿੱਲੀ ਹਾਈ ਕੋਰਟ ਨੇ ਹਵਾਈ ਅੱਡਿਆਂ ਅਤੇ ਉਡਾਣਾਂ ਵਿੱਚ ਕੋਵਿਡ ਸੰਬੰਧੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਹਵਾਈ ਅੱਡੇ ਜਾਂ ਜਹਾਜ਼ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਬਿਪਨ ਸਾਂਘੀ ਨੇ ਬੈਂਚ ਨੇ ਹਵਾਈ ਸਫ਼ਰ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਸੰਬੰਧੀ ਪਾਈ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਉਕਤ ਆਦੇਸ਼ ਦਿੱਤਾ। ਅਦਾਲਤ ਨੇ ਇਹ ਵੀ ਕਿਹਾ ਕਿ ਜੋ ਲੋਕ ਹਵਾਈ ਅੱਡੇ ਤੇ ਅਤੇ ਜਹਾਜ਼ ਵਿੱਚ ਮਾਸਕ ਨਹੀਂ ਪਾਉਂਦੇ ਉਹਨਾਂ ਤੇ ਭਾਰੀ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਹਵਾਬਾਜ਼ੀ ਖੇਤਰ ਦੀ ਨੇਮਬੱਧ ਸੰਸਥਾ ਨੂੰ DGCA ਨੂੰ ਇਸ ਸੰਬੰਧੀ ਵੱਖਰੇ ਤੌਰ ਤੇ ਦਿਸ਼ਾ ਨਿਰਦੇਸ਼ ਜਾਰੀ ਕਰਨ ਅਤੇ ਉਹਨਾਂ ਨੂੰ ਹਵਾਈ ਅੱਡੇ ਤੇ ਤਾਇਨਾਤ ਅਧਿਕਾਰੀਆਂ, ਜਹਾਜ਼ ਵਿੱਚ ਮੌਜੂਦ ਸਟਾਫ, ਕੈਪਟਨ ਅਤੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਭੇਜਣ ਨੂੰ ਕਿਹਾ। ਨਾਲੇ ਕਿਹਾ ਕਿ ਜੋ ਮੁਸਾਫਰ ਪ੍ਰੋਟੋਕਾਲ ਦੀ ਉਲੰਘਣਾ ਕਰਨ ਉਹਨਾਂ ਨੂੰ ਨੋ ਫਲਾਈ ਸੂਚੀ ਵਿੱਚ ਪਾਇਆ ਜਾਵੇ। ਟੂਰਿਸਟ ਵੀਜ਼ਾ ਤੇ ਅਮਰੀਕਾ ਜਾਣ ਦੀ ਉਡੀਕ ਵਿੱਚ ਬੈਠੇ ਭਾਰਤੀ ਕਮਰ ਕੱਸ ਲੈਣ। ਜੀ ਹਾਂ, ਨਵੀਂ ਦਿੱਲੀ ਸਥਿਤ ਅਮਰੀਕੀ ਐਮਬੈਸੀ ਨੇ ਸਤੰਬਰ ਤੋਂ ਟੂਰਿਸਟ ਵੀਜ਼ਾ ਇੰਟਰਵਿਊ ਲਈ ਅਪਾਇੰਟਮੈਂਟ ਬੁਕਿੰਗ ਦਾ ਸਿਲਸਿਲਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਮਹਾਮਾਰੀ ਕਾਰਨ ਮਾਰਚ 2020 ਤੋਂ B1, B2 ਵੀਜ਼ਿਆਂ ਲਈ ਇੰਟਰਵਿਊ ਬੰਦ ਸਨ ਅਤੇ ਹੁਣ ਇਹਨਾਂ ਦੇ ਸ਼ੁਰੂ ਹੋਣ ਨਾਲ ਹਜ਼ਾਰਾਂ ਭਾਰਤੀਆਂ ਨੂੰ ਫਾਇਦਾ ਹੋਏਗਾ। ਕੋਰੋਨਾ ਕਾਲ ਤੋਂ ਬਾਅਦ ਅਮਰੀਕਾ ਵਿੱਚ ਯਾਤਰੀ ਜਹਾਜ਼ਾਂ ਤੇ ਸਫ਼ਰ ਕਰਨ ਲਈ ਨਿਕਲੇ, ਲੇਕਿਨ ਉਹਨਾਂ ਦਾ ਸਫ਼ਰ ਮੁਸ਼ਕਲਾਂ ਭਰਿਆ ਸਾਬਤ ਹੋ ਰਿਹਾ ਹੈ। ਅਮਰੀਕਾ ਵਿੱਚ 28 ਮਈ ਤੋਂ 1 ਜੂਨ ਦੌਰਾਨ 5 ਦਿਨਾਂ ਵਿੱਚ 2800 ਉਡਾਣਾਂ ਰੱਦ ਹੋ ਗਈਆਂ। ਇਸ ਦਾ ਵੱਡਾ ਕਾਰਨ 에ਅਰਲਾਈਨਸ ਕੋਲ ਸਟਾਫ ਦੀ ਕਮੀ ਦੱਸੀ ਜਾ ਰਹੀ ਹੈ। ਨਿਊਯਾਰਕ, ਵਾਸ਼ਿੰਗਟਨ, ਟੈਕਸਾਸ, ਓਹਾਈਓ, ਮਿਸੀਸਿਪੀ ਅਤੇ ਡਲਾਸ ਵਿੱਚ ਲੱਖਾਂ ਯਾਤਰੀ 에ਅਰਪੋਰਟ ਤੇ ਫਸ ਗਏ। ਦਰਅਸਲ ਕੋਰੋਨਾ ਕਾਲ ਦੌਰਾਨ ਅਮਰੀਕਾ ਵਿੱਚ ਮੁੱਖ 에ਅਰਲਾਈਨਸ ਨੇ ਆਪਣੇ ਸਟਾਫ ਵਿੱਚ ਲਗਭਗ 55% ਤੱਕ ਦੀ ਕਟੌਤੀ ਕਰ ਦਿੱਤੀ। ਗਰਾਊਂਡ ਸਟਾਫ ਵਿੱਚ ਤਾਂ 60% ਤੋਂ ਜ਼ਿਆਦਾ ਦੀ ਕਟੌਤੀ ਕਰ ਦਿੱਤੀ। ਅਜਿਹੇ ਵਿੱਚ ਹੁਣ ਯਾਤਰੀ ਲੋਡ ਵਧਣ ਤੋਂ ਬਾਅਦ ਵੀ 에ਅਰਲਾਈਨਸ ਨੇ ਨਵੀਆਂ ਭਰਤੀਆਂ ਸ਼ੁਰੂ ਨਹੀਂ ਕੀਤੀਆਂ। ਫਲਾਈਟ ਅਵੇਅਰ ਵੈਬਸਾਈਟ ਦੇ ਅਨੁਸਾਰ ਕੋਰੋਨਾ ਕਾਲ ਤੋਂ ਪਹਿਲਾਂ ਅਮਰੀਕਾ ਵਿੱਚ ਰੋਜ਼ਾਨਾ ਲਗਭਗ 30,000 ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਹੁੰਦਾ ਸੀ। ਹੁਣ ਇਹ ਅੰਕੜਾ ਲਗਭਗ 28,000 ਤੱਕ ਪਹੁੰਚ ਗਿਆ। ਕੁਝ 에ਅਰਲਾਈਨਸ ਦਾ ਸਟਾਫ ਬਿਮਾਰ ਚੱਲ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਦੇਸ਼ਾਂ ਤੋਂ ਵੱਧ ਲੋਕਾਂ ਨੂੰ ਖਿੱਚਣ ਲਈ ਐਕਸਪ੍ਰੈਸ ਐਂਟਰੀ ਵਿੱਚ 16 ਹੋਰ ਕਿੱਤੇ ਸ਼ਾਮਲ ਕੀਤੇ ਗਏ ਨੇ। ਬੀਤੇ ਸਾਲ ਤੋਂ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਦੇ ਟੀਅਰ ਸਿਸਟਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਸੀ, ਜਿਸ ਦਾ ਨਾਂ ਟੀਅਰ ਸਿਸਟਮ ਰੱਖਿਆ ਗਿਆ ਹੈ ਅਤੇ ਉਸ ਵਿੱਚ ਪ੍ਰਬੰਧਕੀ ਅਤੇ ਤਕਨੀਕੀ ਤਜਰਬੇ ਵਾਲੇ ਮਾਹਿਰਾਂ ਦੇ ਨਾਲ ਲੇਬਰ ਕਲਾਸ ਤੋਂ ਵੀ ਕਾਮਿਆਂ ਨੂੰ ਕੈਨੇਡਾ ਵਿੱਚ ਪੱਕੇ ਹੋਣ ਦਾ ਮੌਕਾ ਮਿਲ ਸਕੇਗਾ। ਨਵਾਂ ਟੀਅਰ ਸਿਸਟਮ ਨਵੰਬਰ 2022 ਤੋਂ ਲਾਗੂ ਹੋਏਗਾ, ਜਿਸ ਵਿੱਚ ਵਿਅਕਤੀ ਆਪਣੀ ਪੜ੍ਹਾਈ, ਕੰਮ ਦਾ ਤਜਰਬਾ, ਕੈਨੇਡਾ ਦੀ ਭਾਸ਼ਾ ਦਾ ਗਿਆਨ, ਉਮਰ ਆਦਿ ਦੇ ਆਧਾਰ ਤੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦੇ ਸਕੋਰ ਤਹਿਤ EE ਵਿੱਚ ਆਪਣਾ ਪ੍ਰੋਫਾਈਲ ਬਣਾ ਸਕਣਗੇ। ਨਵੇਂ ਸਿਸਟਮ ਵਿੱਚ ਟਰੱਕ ਤੇ ਬੱਸ ਡਰਾਈਵਰਾਂ ਨੂੰ ਵੀ ਪੱਕੇ ਹੋਣ ਦਾ ਮੌਕਾ ਮਿਲ ਸਕੇਗਾ। ਇਸ ਦੇ ਨਾਲ ਹੀ ਦੰਦਾਂ ਦੇ ਡਾਕਟਰ, ਨਰਸਾਂ, ਕੈਮਿਸਟਾਂ ਅਤੇ ਸਕੂਲ ਦੇ ਅਧਿਆਪਕਾਂ ਦੇ ਸਹਾਇਕ ਵੀ ਆਪਣੀ ਕਿਸਮਤ ਅਜ਼ਮਾ ਸਕਣਗੇ। ਇਮੀਗ੍ਰੇਸ਼ਨ ਵਿਭਾਗ ਵੱਲੋਂ EE ਵਿੱਚ ਮੌਜੂਦਾ ਪ੍ਰੋਫਾਈਲ ਦੇ ਡਰਾ ਕੱਢ ਕੇ ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹੁਣ ਤੱਕ ਮਿਲੇ ਹੋਏ ਪ੍ਰੋਫਾਈਲ ਦੇ ਡਰਾ ਜੋ ਕੋਵਿਡ ਦੀ ਸਥਿਤੀ ਕਾਰਨ ਬੰਦ ਹਨ, ਅਗਲੇ ਮਹੀਨੇ ਸ਼ੁਰੂ ਕਰ ਦਿੱਤੇ ਜਾਣਗੇ। ਤਾਜ਼ਾ ਜਾਣਕਾਰੀ ਅਨੁਸਾਰ ਹਰੇਕ ਨਵੇਂ ਡਰਾ ਵਿੱਚ ਲਗਭਗ 3000 ਦੇ ਕਰੀਬ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਮਿਲਿਆ ਕਰੇਗਾ। 2023 ਵਿੱਚ ਕੈਨੇਡਾ ਸਰਕਾਰ ਵੱਲੋਂ 4,47,000
6055 ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਹ ਟੀਚਾ ਪੂਰਾ ਕਰਨ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ 2022 ਦੇ ਰਹਿੰਦੇ ਸਮੇਂ ਵਿੱਚ ਈਈ ਵਿੱਚੋਂ 3000 ਤੋਂ 4500 ਤੱਕ ਉਮੀਦਵਾਰਾਂ ਦੇ ਡਰਾਅ ਕੱਢਣੇ ਹੋਣਗੇ। ਇਹ ਵੀ ਕਿ ਈ ਰਾਹੀਂ ਸੱਦਾ ਮਿਲਣ ਤੋਂ ਬਾਅਦ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਵਾਲੇ ਅਰਜ਼ੀਕਰਤਾਵਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਨੇ 6 ਮਹੀਨਿਆਂ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ, ਜਿਸ ਦਾ ਭਾਵ ਹੈ ਕਿ 2022 ਦੇ ਰਹਿੰਦੇ ਸਮੇਂ ਵਿੱਚ ਅਪਲਾਈ ਕਰਨ ਵਾਲੇ ਲੋਕ ਅਗਲੇ ਸਾਲ ਕੈਨੇਡਾ ਵਿੱਚ ਪੱਕੇ ਤੌਰ ਤੇ ਪੁੱਜ ਸਕਣਗੇ। ਕੋਰੋਨਾ ਦੀ ਮਾਰ ਤੋਂ ਬਾਅਦ ਕੈਨੇਡਾ ਵਿੱਚ ਯਾਤਰੂ ਵੀਜ਼ਾ, ਸਪਾਊਸ ਵੀਜ਼ਾ ਤੇ ਵਰਕ ਪਰਮਿਟ ਵੀਜ਼ਾ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਰੋਕ ਰੱਖਿਆ ਹੈ, ਜਿਸ ਨੂੰ ਲੈ ਕੇ ਲੋਕਾਂ 'ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਤੇ ਇਸ ਮੁੱਦੇ ਨੂੰ ਲੈ ਕੇ ਸੰਸਦ ਵਿੱਚ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਘੇਰਿਆ ਹੈ ਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਹੈ। ਇਸ ਸੰਬੰਧੀ ਮਿਸਟਰ ਜਸਰਾਜ ਹੱਲਣ ਨੇ ਕਿਹਾ ਕਿ ਸਪਾਊਸ ਵੀਜ਼ੇ ਵਾਲਿਆਂ ਵਿੱਚ ਉਹ ਲੋਕ ਉਡੀਕ ਕਰ ਰਹੇ ਨੇ ਜਿਨ੍ਹਾਂ ਦਾ ਮੈਡੀਕਲ ਹੋਏ ਨੂੰ 3 ਮਹੀਨੇ ਹੋ ਗਏ, ਜਦਕਿ ਮੈਡੀਕਲ ਤੋਂ 15 ਤੋਂ 25 ਦਿਨ ਦਾ ਸਮਾਂ ਤੈਅ ਹੁੰਦਾ ਹੈ। ਇਸ ਤੋਂ ਬਾਅਦ ਕੁਝ ਮੈਂਬਰਾਂ ਨੇ ਕਿਹਾ ਕਿ ਕਾਮਿਆਂ ਦੀ ਘਾਟ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕਾਰਖਾਨਿਆਂ ਦੇ ਮਾਲਕ ਪਰੇਸ਼ਾਨ ਹੋ ਰਹੇ ਨੇ ਤੇ ਸਾਡੀ ਇਮੀਗ੍ਰੇਸ਼ਨ ਵਰਕ ਪਰਮਿਟ ਰੋਕ ਬੈਠੀ ਹੈ। ਇਸ ਨਾਲ ਹੀ ਕੁਝ ਮੈਂਬਰਾਂ ਨੇ ਕਿਹਾ ਕਿ ਪੂਰੇ ਮੁਲਕ ਨੇ ਯਾਤਰੂ ਵੀਜ਼ੇ ਖੋਲ ਦਿੱਤੇ ਨੇ ਤੇ ਕੈਨੇਡਾ ਨੇ ਇਹ ਵੀਜ਼ੇ ਮੱਧਮ ਕਰਕੇ ਉਹਨਾਂ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੈ ਜਿਨ੍ਹਾਂ ਦੇ ਵਪਾਰ ਯਾਤਰੂ ਵੀਜ਼ਿਆਂ ਦੀ ਕਮਾਈ ਤੇ ਚੱਲਦੇ ਨੇ, ਜਿਨ੍ਹਾਂ ਵਿੱਚ ਹੋਟਲ ਤੇ ਹੋਰ ਘੁੰਮਣ ਵਾਲੇ ਅਦਾਰਿਆਂ ਨਾਲ ਜੁੜੇ ਨੇ। ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਭਰੋਸਾ ਦੇ ਰਹੇ ਹਨ ਕਿ ਉਹ ਇਹਨਾਂ ਵੀਜ਼ਿਆਂ ਨੂੰ ਜਲਦੀ ਰਸਤੇ ਤੇ ਲਿਆ ਰਹੇ ਨੇ, ਪਰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਸਰਕਾਰ ਨੂੰ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਸਿਹਤ ਮੰਤਰਾਲੇ ਨੇ ਬੀਤੇ ਕੱਲ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਨਾਲ ਸੰਬੰਧਿਤ ਰੋਕਾਂ ਦੀ ਮਿਆਦ 30 ਜੂਨ 2022 ਤੱਕ ਵਧਾ ਦਿੱਤੀ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੈਨੇਡਾ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋਣ ਵਾਲੇ ਹਰੇਕ ਮੁਸਾਫਰ ਦੇ ਕੋਰੋਨਾ ਤੋਂ ਬਚਾਅ ਦੀ ਮਾਨਤਾ ਪ੍ਰਾਪਤ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣੇ ਜ਼ਰੂਰੀ ਨੇ ਅਤੇ ਦੂਸਰਾ ਟੀਕਾ ਉਡਾਣ ਦੀ ਤਰੀਕ ਤੋਂ 14 ਦਿਨ ਪਹਿਲਾਂ ਲੱਗਿਆ ਹੋਣਾ ਜ਼ਰੂਰੀ ਹੈ। ਕੈਨੇਡਾ ਵਿੱਚ ਪਹੁੰਚਣ ਸਮੇਂ ਹਵਾਈ ਅੱਡੇ ਅੰਦਰ ਕੁਝ ਚੋਣਵੇਂ ਯਾਤਰੀਆਂ ਨੂੰ ਕੋਵਿਡ ਦਾ ਟੈਸਟ ਵੀ ਕਰਵਾਉਣਾ ਪੈ ਸਕਦਾ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀ ਅਰਾਈਵਕੈਨ ਐਪ ਆਪਣੇ ਫੋਨ ਵਿੱਚ ਡਾਊਨਲੋਡ ਕਰਕੇ ਉਸ ਵਿੱਚ ਵੈਕਸੀਨ ਦੇ ਟੀਕਿਆਂ ਬਾਰੇ ਜਾਣਕਾਰੀ ਭਰੀ ਗਈ ਹੋਣੀ ਚਾਹੀਦੀ ਹੈ। ਜਿਹੜੇ ਮੁਸਾਫਰ ਜਿਵੇਂ ਕਿ ਬਜ਼ੁਰਗਾਂ ਨੂੰ ਫੋਨ ਨਹੀਂ ਚਲਾਉਣਾ ਆਉਂਦਾ, ਉਹ ਆਮ ਕੰਪਿਊਟਰ ਤੋਂ ਅਰਾਈਵਕੈਨ ਐਪ ਵਿੱਚ ਆਪਣੀ ਜਾਣਕਾਰੀ ਭਰ ਕੇ ਉਸ ਦਾ ਪ੍ਰਿੰਟ ਆਪਣੇ ਨਾਲ ਰੱਖਣ ਤਾਂ ਹਵਾਈ ਅੱਡਿਆਂ ਅੰਦਰ ਬੇਲੋੜਾ ਖੱਜਲ ਨਹੀਂ ਹੋਣਾ ਪੈਂਦਾ। ਟੋਰਾਂਟੋ ਅਤੇ ਵੈਨਕੂਵਰ ਸਮੇਤ ਕੈਨੇਡਾ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਪਹੁੰਚਣ ਅਤੇ ਰਵਾਨਾ ਹੋਣ ਵੇਲੇ ਯਾਤਰੀਆਂ ਨੂੰ ਇੰਨੇ ਦਿਨੀ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਪਰ ਦੇਸ਼ ਦੇ ਆਵਾਜਾਈ ਮੰਤਰੀ ਓਮਾਰਾ ਨੇ ਫਿਰ ਕਿਹਾ ਹੈ ਕਿ ਇੰਤਜ਼ਾਰ ਇਹ ਸਥਿਤੀ ਸਿਰਫ ਕੋਵਿਡ ਤੋਂ ਬਚਾਅ ਲਈ ਸਰਕਾਰ ਵੱਲੋਂ ਐਲਾਨੀਆਂ ਗਈਆਂ ਰੋਕਾਂ ਕਰਕੇ ਨਹੀਂ ਹੈ, ਸਗੋਂ ਕੋਵਿਡ ਦਾ ਖਤਰਾ ਘਟਣ ਤੋਂ ਬਾਅਦ ਹਵਾਈ ਜਹਾਜ਼ਾਂ ਦੀ ਆਵਾਜਾਈ ਬਹਾਲ ਹੋਣ ਤੋਂ ਬਾਅਦ ਦੁਨੀਆ ਭਰ ਦੇ ਹਵਾਈ ਅੱਡਿਆਂ ਅੰਦਰ ਵੱਧ ਭੀੜ ਰਹਿੰਦੀ ਹੈ ਅਤੇ ਕਈ ਦੇਸ਼ਾਂ ਵਿੱਚ ਹਵਾਈ ਅੱਡਿਆਂ ਅੰਦਰ ਲੋਕਾਂ ਨੂੰ ਆਮ ਨਾਲੋਂ ਵੱਧ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਵਾਜਾਈ ਬੰਦਿਸ਼ਾਂ ਦੀ ਮਿਆਦ 30 ਜੂਨ ਤੱਕ ਵਧਾਉਣ ਦੇ ਫੈਸਲੇ ਨੂੰ ਬਿਲਕੁਲ ਦਰੁਸਤ ਠਹਿਰਾਉਂਦਿਆਂ ਕਿਹਾ ਕਿ ਮਹਾਮਾਰੀ ਹੱਲੇ ਖਤਮ ਨਹੀਂ ਹੋਈ ਅਤੇ ਸੈਲਾਨੀਆਂ ਵਾਸਤੇ ਵੈਕਸੀਨੇਸ਼ਨ ਦੀ ਸ਼ਰਤ ਹਟਾਉਣ ਨਾਲ ਤਬਾਹਕੁਨ ਸਿੱਟੇ ਸਾਹਮਣੇ ਆ ਸਕਦੇ ਨੇ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਬੰਦਿਸ਼ਾਂ ਵਧਾਉਣ ਦਾ ਫੈਸਲਾ ਮੈਡੀਕਲ ਸਾਇੰਸ ਤੇ ਆਧਾਰਿਤ ਹੈ, ਕਿਉਂਕਿ ਹੁਣ ਤੱਕ WHO ਸਣੇ ਕਿਸੇ ਵੀ ਕੌਮਾਂਤਰੀ ਇਕਾਈ ਨੇ ਦੁਨੀਆ ਵਿੱਚ ਕੋਰੋਨਾ ਖਤਮ ਹੋਣ ਦਾ ਐਲਾਨ ਨਹੀਂ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ, ਅਸਲੀਅਤ ਇਹ ਹੈ ਕਿ ਲੋਕਾਂ ਨੇ ਮਹਾਮਾਰੀ ਦਾ ਅੰਤ ਸਮਝਣਾ ਸ਼ੁਰੂ ਕਰ ਦਿੱਤਾ ਹੈ, ਪਰ ਅਸੀਂ ਹੁਣ ਵੀ ਮਹਾਮਾਰੀ ਵਿੱਚੋਂ ਲੰਘ ਰਹੇ ਹਾਂ। ਰੋਜ਼ਾਨਾ ਕਈ ਕੈਨੇਡੀਅਨ ਕੋਰੋਨਾ ਕਾਰਨ ਦਮ ਤੋੜ ਰਹੇ ਨੇ ਅਤੇ ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਨੇਡਾ ਸਰਕਾਰ ਵੱਲੋਂ 2022-2023 ਦੇ ਦੌਰਾਨ 3 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ। 23 ਮਈ ਤੋਂ ਸ਼ੁਰੂ ਹੋਈ ਸਿਟੀਜ਼ਨਸ਼ਿਪ ਹਫ਼ਤੇ ਦੀ ਸਮਾਪਤੀ ਮੌਕੇ ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਨੇ ਦੱਸਿਆ ਕਿ 2021-22 ਦੌਰਾਨ 2,17,000 ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਗਈ ਅਤੇ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਹੋਰ ਵਧਾਇਆ ਜਾ ਰਿਹਾ ਹੈ। ਫਰੇਜ਼ਰ ਨੇ ਦੱਸਿਆ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਵਾਸਤੇ ਕਈ ਕਦਮ ਉਠਾਏ ਗਏ ਨੇ ਅਤੇ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਦੌਰਾਨ ਦੇਖੇ ਜਾ ਸਕਣਗੇ। ਦਿੱਲੀ ਹਵਾਈ ਅੱਡੇ ਨੇ ਮੁਸਾਫਰਾਂ ਲਈ RFID ਟੈਕਨੋਲੋਜੀ ਆਧਾਰਿਤ ਟੈਕਸ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਯਾਤਰੀਆਂ ਨੂੰ ਆਪਣੇ ਸਮਾਨ ਦੀ ਨਿਗਰਾਨੀ ਕਰਨਾ ਆਸਾਨ ਹੋ ਜਾਏਗਾ।
ਕਈ ਵਾਰ ਯਾਤਰੀਆਂ ਨੂੰ ਇਹ ਜਾਣਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਸ ਬੈਲਟ ਤੇ ਸਮਾਨ ਆ ਰਿਹਾ ਅਤੇ ਸਮਾਨ ਦੇ ਗੁੰਮ ਹੋਣ ਦਾ ਵੀ ਖਦਸ਼ਾ ਰਹਿੰਦਾ ਹੈ। ਇਸ ਲਈ ਯਾਤਰੀਆਂ ਦੀ ਸਹੂਲਤ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ਮੁਤਾਬਕ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਤਕਨੀਕ ਤੇ ਆਧਾਰਿਤ ਟੈਗ ਦੀ ਮਦਦ ਕਰਨ ਨਾਲ ਯਾਤਰੀ ਇਹ ਜਾਣ ਸਕਣਗੇ ਕਿ ਉਹਨਾਂ ਦਾ ਸਮਾਨ ਕਦੋਂ ਅਤੇ ਕਿਸ ਬੈਲਟ ਤੇ ਟਰਮੀਨਲ ਤੇ ਆ ਰਿਹਾ ਹੈ। GMR ਸਮੂਹ ਦੀ ਅਗਵਾਈ ਵਾਲੀ ਡਾਇਲ ਨੇ ਕਿਹਾ ਕਿ ਦਿੱਲੀ ਹਵਾਈ ਅੱਡਾ ਭਾਰਤ ਦਾ ਪਹਿਲਾ ਹਵਾਈ ਅੱਡਾ ਹੈ ਜੋ ਇਹ ਸਹੂਲਤ ਪ੍ਰਦਾਨ ਕਰਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਦਿੱਲੀ ਹਵਾਈ ਅੱਡੇ ਤੇ ਇਸ ਟੈਗ ਨੂੰ ਖਰੀਦ ਸਕਣਗੇ। ਇਸ ਤੋਂ ਬਾਅਦ ਉਹਨਾਂ ਨੂੰ ਇਸ ਤੇ ਦਿੱਤੇ ਗਏ QR ਕੋਡ ਨੂੰ ਸਕੈਨ ਕਰਨਾ ਹੋਏਗਾ ਤੇ bag.hui.in ਵੈਬਸਾਈਟ ਤੇ ਰਜਿਸਟਰ ਕਰਨਾ ਹੋਏਗਾ। ਟੈਗ ਰਜਿਸਟਰ ਹੋਣ ਤੋਂ ਬਾਅਦ ਯਾਤਰੀਆਂ ਨੂੰ ਇਸ ਨੂੰ ਆਪਣੇ ਬੈਗ ਵਿੱਚ ਬੰਨਣਾ ਹੋਏਗਾ ਜਾਂ ਇਸ ਨੂੰ ਬੈਗ ਦੇ ਅੰਦਰ ਵੀ ਰੱਖ ਸਕਦੇ ਨੇ। ਜਦੋਂ ਸਮਾਨ ਦਿੱਲੀ ਹਵਾਈ ਅੱਡੇ ਤੇ ਪਹੁੰਚੇਗਾ, ਯਾਤਰੀਆਂ ਨੂੰ ਰਜਿਸਟਰਡ ਮੋਬਾਈਲ ਨੰਬਰ ਤੇ SMS ਰਾਹੀਂ ਇਸ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਏਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸਹੂਲਤ ਪਾਇਲਟ ਆਧਾਰ ਤੇ ਟਰਮੀਨਲ 3 ਤੇ ਸ਼ੁਰੂ ਕੀਤੀ ਗਈ ਹੈ ਤੇ ਜਲਦੀ ਹੀ ਕਮਰਸ਼ੀਅਲ ਸ਼ੁਰੂਆਤ ਕੀਤੀ ਜਾਏਗੀ। ਲੰਬੀ ਉਡੀਕ ਤੋਂ ਬਾਅਦ ਆਖਰਕਾਰ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਵੋਲਵੋ ਬੱਸਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨਵੀਂ ਦਿੱਲੀ ਤੱਕ ਚੱਲਣਗੀਆਂ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਟੇਜ ਕੈਰੇਜ ਪਰਮਿਟ ਤਹਿਤ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਤੇ PRTC ਵੋਲਵੋ ਬੱਸਾਂ ਦੇ IGI 에ਅਰਪੋਰਟ ਤੱਕ ਚੱਲਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ OP ਮਿਸ਼ਰਾ ਨੇ ਇਸ ਸੰਬੰਧੀ ਅਧਿਕਾਰਤ ਪੱਤਰ ਵੀ ਜਾਰੀ ਕਰ ਦਿੱਤਾ ਹੈ। ਖਾਸ ਇਹ ਹੈ ਕਿ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਤੋਂ IGI 에ਅਰਪੋਰਟ ਨਵੀਂ ਦਿੱਲੀ ਤੱਕ ਆਉਣ ਜਾਣ ਵਾਲੀਆਂ ਯਾਤਰੀ ਬੱਸਾਂ ਲਈ ਇੱਕ ਵਿਸ਼ੇਸ਼ ਕੋਰੀਡੋਰ ਵੀ ਐਲਾਨ ਦਿੱਤਾ। ਪੱਤਰ ਮੁਤਾਬਕ ਪੰਜਾਬ ਤੋਂ ਦਿੱਲੀ ਆਉਣ ਵਾਲੀਆਂ ਬੱਸਾਂ ਸਿੰਘੂ ਬਾਰਡਰ, ਕੈਪਟਨ ਵਿਕਰਮ ਬਤਰਾ ਚੌਕ, ਮਕਬਰਾ ਚੌਕ, ਮਧੂਬਨ ਚੌਕ, ਜਨਕਪੁਰੀ ਡਿਸਟ੍ਰਿਕਟ ਸੈਂਟਰ, ਧੌਲਾ ਕੁਆਂ, ਐਰੋ ਸਿਟੀ ਅੰਡਰਪਾਸ ਹੁੰਦੇ ਹੋਏ IGI 에ਅਰਪੋਰਟ ਸਟੇਜਿੰਗ ਏਰੀਆ ਵਿੱਚ ਪਹੁੰਚਣਗੀਆਂ। ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਦੇ ਸੰਚਾਲਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਦਿੱਲੀ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਕਮ ਕਮਿਸ਼ਨਰ ਦਿੱਲੀ ਟਰਾਂਸਪੋਰਟ ਵਿਭਾਗ, ਸਕੱਤਰ ਟਰਾਂਸਪੋਰਟ ਮੰਤਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਵਿਸ਼ੇਸ਼ ਕਮਿਸ਼ਨਰ ਦਿੱਲੀ ਟ੍ਰੈਫਿਕ ਪੁਲਿਸ, ਸੰਯੁਕਤ ਸਕੱਤਰ ਟਰਾਂਸਪੋਰਟ ਵਿਭਾਗ ਨਵੀਂ ਦਿੱਲੀ, ਸੀਨੀਅਰ ਸਿਸਟਮ ਐਨਾਲਿਸਟ ਟਰਾਂਸਪੋਰਟ ਡਿਪਾਰਟਮੈਂਟ ਨਵੀਂ ਦਿੱਲੀ, ਸਹਾਇਕ ਸਕੱਤਰ STA ਨਵੀਂ ਦਿੱਲੀ ਤੇ ਦਿੱਲੀ 에ਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ CEO ਨੂੰ ਵੀ ਉਪਰੋਕਤ ਬਾਰੇ ਅਧਿਕਾਰਤ ਤੌਰ ਤੇ ਸੂਚਿਤ ਕੀਤਾ ਗਿਆ ਹੈ। ਪੱਤਰ ਵਿੱਚ ਵਿਸ਼ੇਸ਼ ਤੌਰ ਤੇ ਇਹ ਵੀ ਲਿਖਿਆ ਗਿਆ ਹੈ ਕਿ ਪੰਜਾਬ ਤੋਂ ਸ਼ੁਰੂ ਹੋਣ ਜਾ ਰਹੇ ਬੱਸ ਸੰਚਾਲਨ ਲਈ ਵਿਸਥਾਰਤ ਤੌਰ ਤਰੀਕੇ ਬਾਰੇ ਸਟੇਟ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਦਿੱਲੀ ਦੇ ਟਰਾਂਸਪੋਰਟ ਵਿਭਾਗ ਤੋਂ 에ਅਰਪੋਰਟ ਵੋਲਵੋ ਦੇ ਸੰਚਾਲਨ ਲਈ ਮਿਲੀ ਮਨਜ਼ੂਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਬ੍ਰਿਟੇਨ ਵਿੱਚ ਸੋਮਵਾਰ ਨੂੰ ਨਵੀਂ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਭਾਰਤੀਆਂ ਸਮੇਤ ਵਿਸ਼ਵ ਦੇ 50 ਚੋਟੀ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਲਾਭ ਹੋਏਗਾ। ਭਾਰਤੀ ਮੂਲ ਦੇ ਮੰਤਰੀਆਂ ਰਿਸ਼ੀ ਸੁਨਕ ਅਤੇ ਪ੍ਰੀਤੀ ਪਟੇਲ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਇਸ ਨਵੀਂ ਆਕਰਸ਼ਕ ਸ਼੍ਰੇਣੀ ਦਾ ਮਕਸਦ ਦੁਨੀਆ ਭਰ ਤੋਂ ਆਉਣ ਵਾਲੀ ਸਰਵੋਤਮ ਅਤੇ ਮੇਧਾਵੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਹੈ। HPI ਵੀਜ਼ਾ ਸ਼੍ਰੇਣੀ ਤਹਿਤ ਸਫਲ ਬਿਨੇਕਾਰਾਂ ਨੂੰ 2 ਸਾਲਾਂ ਦੇ ਵਰਕ ਵੀਜ਼ਾ ਦੇ ਨਾਲ ਹੀ ਅਜਿਹੇ ਲੋਕਾਂ ਨੂੰ 3 ਸਾਲ ਦੇ ਵੀਜ਼ਾ ਦੀ ਪੇਸ਼ਕਸ਼ ਕੀਤੀ ਜਾਏਗੀ ਜੋ PhD ਡਿਗਰੀ ਧਾਰਕ ਨੇ। ਇਸ ਸਥਿਤੀ ਵਿੱਚ ਬਿਨੇਕਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਦਾ ਪੱਤਰ ਹੋਣ ਦੀ ਲੋੜ ਵੀ ਨਹੀਂ ਹੋਏਗੀ। ਰਿਸ਼ੀ ਸੁਨਕ ਨੇ ਕਿਹਾ ਕਿ ਇਸ ਨਵੀਂ ਵੀਜ਼ਾ ਪੇਸ਼ਕਸ਼ ਦਾ ਮਤਲਬ ਇਹ ਹੈ ਕਿ ਬ੍ਰਿਟੇਨ ਦੁਨੀਆ ਭਰ ਤੋਂ ਸਰਵੋਤਮ ਅਤੇ ਮੇਧਾਵੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਜਾਰੀ ਰੱਖ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਸ਼੍ਰੇਣੀ ਦਾ ਅਰਥ ਹੈ ਕਿ ਬ੍ਰਿਟੇਨ ਨਵੀਨਤਮ, ਰਚਨਾਤਮਕ ਅਤੇ ਉਦਮਤਾ ਲਈ ਇੱਕ ਮੁੱਖ ਅੰਤਰਰਾਸ਼ਟਰੀ ਕੇਂਦਰ ਦੇ ਰੂਪ ਵਿੱਚ ਉਭਰੇਗਾ। ਮੈਂ ਵਿਦਿਆਰਥੀਆਂ ਨੂੰ ਇੱਥੇ ਆਪਣਾ ਕੈਰੀਅਰ ਬਣਾਉਣ ਦੇ ਇਸ ਸ਼ਾਨਦਾਰ ਮੌਕੇ ਦਾ ਲਾਭ ਲੈਣ ਦੀ ਅਪੀਲ ਕਰਦਾ ਹਾਂ। ਇਸ ਵੀਜ਼ਾ ਸ਼੍ਰੇਣੀ ਦਾ ਮਕਸਦ ਹਾਰਵਰਡ, ਸਟੈਨਫੋਰਡ ਅਤੇ MIT ਵਰਗੀਆਂ ਵੱਕਾਰੀ ਯੂਨੀਵਰਸਿਟੀਆਂ ਤੋਂ ਵਿਗਿਆਨ, ਇੰਜੀਨੀਅਰਿੰਗ ਅਤੇ ਮੈਡੀਕਲ ਖੋਜ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਬ੍ਰਿਟੇਨ ਆਉਣ ਲਈ ਉਤਸ਼ਾਹਿਤ ਕਰਨਾ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪਟੇਲ ਨੇ ਕਿਹਾ ਕਿ ਮੈਨੂੰ ਇਸ ਵੀਜ਼ਾ ਸ਼੍ਰੇਣੀ ਦੀ ਸ਼ੁਰੂਆਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਜੋ ਕਿਸੇ ਉਮੀਦਵਾਰ ਦੀ ਨਾਗਰਿਕਤਾ ਨਾਲ ਉਸ ਦੀਆਂ ਸਮਰੱਥਾਵਾਂ ਤੇ ਪ੍ਰਤਿਭਾ ਨੂੰ ਪਹਿਲ ਦਿੰਦੀ ਹੈ। ਬ੍ਰਿਟੇਨ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਭਾਰਤੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ਅੰਡਰ ਗ੍ਰੈਜੂਏਟ ਵੀਜ਼ਾ ਰਾਹੀਂ 3 ਸਾਲ ਤੱਕ ਬ੍ਰਿਟੇਨ ਵਿੱਚ ਰਹਿਣ ਦੇ ਯੋਗ ਹਨ। ਸਪਾਈਸ ਜੈਟ ਜਲਦੀ ਹੀ ਭਾਰਤ ਅਤੇ ਸਾਊਦੀ ਅਰਬ ਵਿਚਾਲੇ 37 ਨਵੀਆਂ ਉਡਾਣਾਂ ਸ਼ੁਰੂ ਕਰੇਗੀ। 에ਅਰਲਾਈਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ 31 ਜੁਲਾਈ ਤੱਕ ਭਾਰਤ ਅਤੇ ਸਾਊਦੀ ਅਰਬ ਵਿਚਾਲੇ 37 ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਨੇ।
ਇਸ ਨਾਲ ਹੱਜ ਯਾਤਰੀਆਂ ਨੂੰ ਫਾਇਦਾ ਹੋਏਗਾ ਜੋ ਹੱਜ ਲਈ ਮੱਕਾ ਮਦੀਨਾ ਜਾਣਗੇ। 에ਅਰਲਾਈਨ ਨੇ ਆਪਣੇ ਬਿਆਨ ਵਿੱਚ ਕਿਹਾ, ਸ੍ਰੀਨਗਰ ਤੋਂ ਮਦੀਨਾ ਲਈ 5 ਜੂਨ ਤੋਂ 20 ਜੂਨ ਦਰਮਿਆਨ ਵਿਸ਼ੇਸ਼ ਉਡਾਣਾਂ ਭੇਜੀਆਂ ਜਾਣਗੀਆਂ। ਜਦਾ ਤੋਂ ਸ੍ਰੀਨਗਰ ਵਾਪਸੀ ਦੀਆਂ ਉਡਾਣਾਂ 15 ਜੁਲਾਈ ਤੋਂ 31 ਜੁਲਾਈ ਤੱਕ ਨਿਰਧਾਰਿਤ ਕੀਤੀਆਂ ਗਈਆਂ ਨੇ। ਸਪਾਈਸ ਜੈਟ ਇਕਲੌਤੀ ਭਾਰਤੀ 에ਅਰਲਾਈਨ ਇਸ ਸਾਲ ਹੱਜ ਯਾਤਰੀਆਂ ਲਈ ਆਪਣੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਤੋਂ ਪਹਿਲਾਂ ਗਿਆ ਤੋਂ ਹੱਜ ਯਾਤਰੀਆਂ ਲਈ ਸਪਾਈਸ ਜੈਟ ਦੀਆਂ ਕਈ ਉਡਾਣਾਂ ਭੇਜੀਆਂ ਜਾ ਚੁੱਕੀਆਂ ਨੇ, ਜਿਨ੍ਹਾਂ ਵਿੱਚ 19,000 ਹੱਜ ਯਾਤਰੀਆਂ ਨੂੰ ਲਿਆਂਦਾ ਗਿਆ ਸੀ। ਇਹ ਸਨ ਇਸ ਹਫ਼ਤੇ ਦੀਆਂ ਵੱਖ-ਵੱਖ ਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਮੀਗ੍ਰੇਸ਼ਨ ਅਪਡੇਟਸ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਅਗਲੇ ਹਫ਼ਤੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਲੈ ਕੇ ਜੀ। ਸਤਿ ਸ਼੍ਰੀ ਅਕਾਲ।